गुड मॉर्निंग स्टूडेंट्स। ਅੱਜ ਆਪਾਂ ਸਟਾਰਟ ਕਰਾਂਗੇ ਇਨਵਾਇਰਮੈਂਟਲ ਐਜੂਕੇਸ਼ਨ। ਉਹਦਾ ਪਹਿਲਾ ਚੈਪਟਰ ਆਪਣੇ ਕੋਲੇ ਬਾਇਓਡਾਇਵਰਸਿਟੀ। ਠੀਕ ਹੈ, ਇਹਦੇ ਵਿੱਚ ਤੁਸੀਂ ਬੁੱਕ ਲੈਣੀ ਹੈ ਯੂਨੀਮੈਕਸ ਦੀ। ਠੀਕ ਹੈ, ਇਹ ਵਾਲੀ ਤੁਹਾਡੀ ਬੁੱਕ ਹੈ ਅਤੇ ਪੁਰਾਣੀ ਵੀ ਲੈ ਸਕਦੇ ਹੋ, ਚਾਹੇ ਨਵੀਂ ਲੈ ਲਿਓ, ਤੁਹਾਡੀ ਮਰਜ਼ੀ ਹੈ। ਅਤੇ ਤੁਸੀਂ ਪੇਪਰ ਕਿਸੇ ਵੀ ਲੈਂਗੁਏਜ ਦੇ ਵਿੱਚ ਅਟੈਂਪਟ ਕਰ ਸਕਦੇ ਹੋ, ਇੰਗਲਿਸ਼, ਪੰਜਾਬੀ, ਹਿੰਦੀ, ਕੋਈ ਵੀ ਮੀਡੀਅਮ ਦੇ ਵਿੱਚ ਕਰ ਸਕਦੇ ਹੋ। ਠੀਕ ਹੈ, ਅਤੇ ਹੁਣ ਆਪਣਾ ਫਸਟ ਚੈਪਟਰ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਦਾ ਮਤਲਬ ਹੁੰਦਾ ਬਾਇਓ ਅਤੇ ਡਾਇਵਰਸਿਟੀ ਦੋ ਸ਼ਬਦ ਨੂੰ ਮਿਲ ਕੇ ਬਣਿਆ ਹੋਇਆ ਹੈ, ਬਾਇਓ ਐਂਡ ਡਾਇਵਰਸਿਟੀ। ਬਾਇਓ ਦਾ ਮਤਲਬ ਹੁੰਦਾ ਲਾਈਫ, ਲਾਈਫ ਮੀਨਸ ਜੈਵਿਕ, ਡਾਇਵਰਸਿਟੀ ਮੀਨਸ ਵੈਰਾਈਟੀ, ਭਿੰਨਤਾ। ਠੀਕ ਹੈ, ਤਾਂ ਕੀ ਹੋ ਗਿਆ ਜੈਵਿਕ ਵਿਭਿੰਨਤਾ ਮੀਨਸ ਜਿਵੇਂ ਇਹ ਸਭ ਤੋਂ ਪਹਿਲਾਂ ਜਿਹੜਾ ਇਹ ਸ਼ਬਦ ਹੈ ਵਾਲਟਰ ਜੀ ਰੋਜ਼ਨ ਨੇ ਦਿੱਤਾ ਸੀ 1986 ਦੇ ਵਿੱਚ। ਫਿਰ 94 ਦੇ ਵਿੱਚ ਵਿਲਸਨ ਨੇ ਉਹਨੇ ਕੀ ਕੀਤਾ, ਇਹਨੂੰ ਜੰਤੂਆਂ ਅਤੇ ਪੌਦਿਆਂ ਦੋ ਤਰ੍ਹਾਂ ਦੇ ਵਿੱਚ ਡਿਵਾਈਡ ਕਰਤਾ। ਤਾਂ ਜੈਵਿਕ ਵਿਭਿੰਨਤਾ ਕੁਦਰਤ ਦਾ, ਨੇਚਰ ਦਾ ਉਹ ਪਾਰਟ ਹੈ ਜਿਹਦੇ ਨਾਲ ਆਪਾਂ ਈਕੋਸਿਸਟਮ ਨੂੰ ਮੇਨਟੇਨ ਕਰ ਸਕਦੇ ਹਾਂ। ਦੋਨਾਂ ਦੇ ਵਿੱਚ ਜਿਹੜੇ ਟਰਸਟੀਅਲ ਐਨੀਮਲ ਅਤੇ ਇਕੁਐਟਿਕ ਐਨੀਮਲ ਨੇ। ਟਰਸਟੀਅਲ ਮੀਨਸ ਜਿਹੜੇ ਧਰਤੀ 'ਤੇ ਰਹਿੰਦੇ ਨੇ, ਇਕੁਐਟਿਕ ਮੀਨਸ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ। ਠੀਕ ਹੈ, ਤਾਂ ਜਿਹੜਾ ਵਰਲਡ ਰਿਸੋਰਸ ਇੰਸਟੀਚਿਊਟ ਆ ਉਹਨੇ ਬਾਇਓਡਾਇਵਰਸਿਟੀ ਨੂੰ ਕੀ ਕਿਹਾ, ਬਾਇਓਡਾਇਵਰਸਿਟੀ ਇਜ਼ ਦਾ ਵੈਰਾਈਟੀ ਇਨ ਦਾ ਵਰਲਡ। ਮੀਨਸ ਬਾਇਓਡਾਇਵਰਸਿਟੀ ਕੀ ਹੈ, ਜੈਵਿਕ ਵਿਭਿੰਨਤਾ ਕੀ ਹੈ, ਪੂਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਵੈਰਾਈਟੀਜ਼ ਨੇ ਕਾਹਦੀਆਂ, ਆਰਗੇਨਿਜ਼ਮਸ ਇਨਕਲੂਡਿੰਗ ਦੇਅਰ ਜੈਨੇਟਿਕ ਡਾਇਵਰਸਿਟੀ ਐਂਡ ਅਸੈਂਬਲ ਦੇ ਫੋਰਮ। ਮੀਨਸ ਜੈਵਿਕ ਵਿਭਿੰਨਤਾ ਜਿਹੜਾ ਉਹਨਾਂ ਨੂੰ ਬਣਾਉਂਦਾ, ਜੈਨੇਟਿਕ ਡਾਇਵਰਸਿਟੀ ਮੀਨਸ ਜੀਨਸ ਦੇ ਵਿੱਚ ਜਿਹੜੀ ਚੇਂਜ ਆਉਂਦੀ ਹੈ। ਠੀਕ ਹੈ, ਅਤੇ ਉਹਨਾਂ ਨੂੰ ਬਣਾਉਂਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ ਬਾਇਓਡਾਇਵਰਸਿਟੀ। ਇਹਦੇ 'ਚ ਪਲਾਂਟਸ ਅਤੇ ਐਨੀਮਲ ਦੀਆਂ ਸਾਰੀਆਂ ਟਾਈਪਸ ਆ ਜਾਂਦੀਆਂ ਨੇਗੀਆਂ। ਫਿਰ ਆਪਣੇ ਕੋਲ ਇੰਪੋਰਟੈਂਸ ਔਰ ਵੈਲਿਊ ਆਫ ਬਾਇਓਡਾਇਵਰਸਿਟੀ। ਇਹਦੀ ਇੰਪੋਰਟੈਂਸ ਕੀ ਹੈ, ਜਿਹੜਾ ਹਿਊਮਨ ਹੈ ਉਹਨੇ ਸਟਾਰਟਿੰਗ ਤੋਂ ਹੀ ਇਹਨੂੰ ਇੰਪੋਰਟੈਂਟ ਮੰਨਿਆ। ਕਿਉਂਕਿ ਜੇ ਕੋਈ ਚੀਜ਼ ਡਿਫਰੈਂਟ ਨਹੀਂ ਹੋਊਗੀ ਤਾਂ ਕਿਸੇ ਵੀ ਚੀਜ਼ ਨੂੰ ਐਗਜ਼ਿਸਟ ਕਰਨਾ ਬਹੁਤ ਡਿਫੀਕਲਟ ਹੈ। ਜਿਵੇਂ ਹਿਊਮਨ ਲਾਈਫ ਹੈ ਜਿਹੜੀ, ਉਹਦੇ ਗੁਣਾਂ ਨੂੰ ਸੁਧਾਰਨ ਲਈ, ਉਹਦੀ ਲਿਵਿੰਗ ਆਰਗੇਨਿਜ਼ਮਸ ਨੂੰ ਰਹਿਣ ਲਈ ਕਿਹਦੀ ਲੋੜ ਹੈ, ਬਾਇਓਡਾਇਵਰਸਿਟੀ ਦੀ ਲੋੜ ਹੈ। ਕਿਉਂਕਿ ਜੇ ਆਪਣੀ ਬਾਇਓਡਾਇਵਰਸਿਟੀ ਖਰਾਬ ਹੋ ਜੂਗੀ, ਉਹਦੇ ਨਾਲ ਕੀ ਹੋਊਗਾ, ਪੂਰੇ ਇਨਵਾਇਰਮੈਂਟ ਦੇ ਉੱਪਰ ਇਫੈਕਟ ਹੋਊਗਾ। ਪੂਰੇ ਵਰਲਡ ਦਾ ਇਨਵਾਇਰਮੈਂਟ ਹੈ ਜਿਹੜਾ ਉਹ ਕੀ ਹੋਊਗਾ, ਖਰਾਬ ਹੋ ਜਾਊਗਾ। ਠੀਕ ਹੈ, ਇਸ ਲਈ ਜਿਹੜਾ ਬਾਇਓਡਾਇਵਰਸਿਟੀ ਹੈ ਉਹ ਬਹੁਤ ਜ਼ਰੂਰੀ ਹੈ। ਠੀਕ ਹੈ, ਡਾਇਰੈਕਟ ਕੰਜ਼ਪਸ਼ਨ ਆਫ ਵੈਲਿਊ ਆਫ ਬਾਇਓਡਾਇਵਰਸਿਟੀ ਮੀਨਸ ਇਹਦਾ ਸਿੱਧਾ ਕੀ ਮਤਲਬ ਹੈ, ਕੰਜ਼ਪਸ਼ਨ ਵੈਲਿਊ। ਕੰਜ਼ਪਸ਼ਨ ਮੀਨਸ ਖਪਤ ਦੇ ਪੱਖੋਂ ਇਹਦੀ ਕੀ ਇੰਪੋਰਟੈਂਸ ਹੈ। ਤਾਂ ਜਿਵੇਂ ਸਭ ਤੋਂ ਪਹਿਲਾਂ ਜਿਵੇਂ ਆਪਾਂ ਪੇੜ ਪੌਦੇ ਲੈ ਲਏ, ਪੇੜ ਪੌਦੇ ਆਪਣਾ ਖਾਣਾ ਖੁਦ ਬਣਾਉਂਦੇ ਆ। ਪੇੜ ਪੌਦਿਆਂ ਤੋਂ ਖਾਣਾ ਕਿਹਨੂੰ ਮਿਲਦਾ, ਜੀਵ ਜੰਤੂਆਂ ਨੂੰ ਮਿਲਦਾ ਔਰ ਆਪਾਂ ਨੂੰ ਮਿਲਦਾ। ਠੀਕ ਹੈ, ਮਨੁੱਖ ਨੂੰ ਰੋਟੀ, ਕੱਪੜਾ, ਮਕਾਨ ਸਾਰਾ ਕੁਛ ਕਿੱਥੋਂ ਮਿਲਦਾ ਹੈਗਾ, ਪੌਦਿਆਂ ਤੋਂ ਮਿਲਦਾ। ਭੋਜਨ ਦੇ ਵਿੱਚ ਆਪਾਂ ਫੂਡ ਦੇ ਵਿੱਚ ਕੀ ਖਾਂਦੇ ਹਾਂ, ਆਪਾਂ ਸਾਰੀਆਂ ਚੀਜ਼ਾਂ ਐਗ, ਮੀਟ, ਕੌਫੀ, ਟੀ, ਦੁੱਧ, ਸਾਰਾ ਕੁਛ ਆਪਾਂ ਨੂੰ ਕਿੱਥੋਂ ਮਿਲਦਾ ਹੈਗਾ, ਪਲਾਂਟਸ ਤੋਂ ਮਿਲਦਾ ਜਾਂ ਫਿਰ ਹੋਰ ਐਨੀਮਲਸ ਤੋਂ ਮਿਲਦਾ। ਠੀਕ ਹੈ, ਇਹ ਜਿਹੜੀ ਬਾਇਓਡਾਇਵਰਸਿਟੀ ਹੈ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਜੀਨ ਪੂਲ। ਇਹ ਜੀਨ ਪੂਲ ਦਾ ਕੰਮ ਕਰਦੀ ਹੈ, ਜਿਹਦੇ ਵਿੱਚੋਂ ਇੱਕ ਸਪੀਸੀਜ਼ ਦੂਸਰੀ ਸਪੀਸੀਜ਼ ਦੇ ਵਿੱਚ ਚੇਂਜ ਹੁੰਦੀ ਹੈ, ਵੀ ਇੱਕ ਪ੍ਰਜਾਤੀ ਦੂਜੀ ਪ੍ਰਜਾਤੀ ਦੇ ਵਿੱਚ ਚੇਂਜ ਹੁੰਦੀ ਹੈ। ਠੀਕ ਹੈ, ਜਿਵੇਂ ਆਹ ਕੁਛ ਦਵਾਈਆਂ ਦੇ ਨਾਮ ਹੈ। ਕਿਊਨੀਨ ਹੈ ਜਿਹੜੀ ਉਹ ਸਿਨਕੋਨਾ ਪੌਦੇ ਤੋਂ ਮਿਲਦੀ ਹੈ, ਡਿਜੀਟੈਲਿਨ ਡਿਜੀਟੈਲਿਸ ਤੋਂ, ਟੈਕਸੋਲ ਟੈਕਸਸ ਬਕਾਟਾ ਤੋਂ, ਮੋਰਫਿਨ ਪਾਪਾ ਪਾਵਰ ਸੋਮਨੀਫੇਰਮ ਤੋਂ ਮਿਲਦੀ ਹੈ, ਵਿਨ ਬਲਾਟਿਸਿਨ ਅਤੇ ਵਿਨ ਕ੍ਰਿਸਟਿਨ ਪੈਰੀਫਿਕਨਲ ਤੋਂ ਮਿਲਦੀ ਹੈ। ਠੀਕ ਹੈ, ਗਲਿਸਰਾਈਜ਼ਿਨਸ ਮਲੱਠੀ ਤੋਂ ਮਿਲਦੀ ਹੈ। ਨੈਕਸਟ ਹੈ ਪ੍ਰੋਡਕਟਿਵ ਯੂਜ਼ ਵੈਲਿਊ। ਕਿ ਪਹਿਲਾਂ ਆਪਾਂ ਕੰਜ਼ਪਸ਼ਨ ਕੀਤੀ ਸੀ, ਹੁਣ ਪ੍ਰੋਡਕਟਿਵ ਮੀਨਸ ਪ੍ਰੋਡਿਊਸ ਕਰਨ ਦੀ ਵੈਲਿਊ। ਠੀਕ ਹੈ, ਅਤੇ ਜਿਹੜੇ ਬਹੁਤ ਸਾਰੇ ਪੌਦੇ ਨੇ ਜਾਂ ਜੰਤੂ ਨੇ ਉਹਨਾਂ ਨੂੰ ਆਪਾਂ ਵੇਚ ਕੇ ਆਪਾਂ ਪੈਸੇ ਕਮਾ ਸਕਦੇ ਹਾਂ। ਠੀਕ ਹੈ,
ਉਹ ਪੈਸਿਆਂ ਨਾਲ ਆਪਾਂ ਹੋਰ ਚੀਜ਼ਾਂ ਖਰੀਦ ਸਕਦੇ ਹਾਂ। ਠੀਕ ਹੈ, ਇਹਦੇ ਵਿੱਚ ਕੀ ਆ ਗਿਆ, ਮਾਰਕੀਟ ਵੈਲਿਊ। ਫਿਰ ਹੈ ਇਨਡਾਇਰੈਕਟ ਯੂਜ਼ਸ ਔਰ ਵੈਲਿਊ ਆਫ ਬਾਇਓਡਾਇਵਰਸਿਟੀ। ਇਹ ਪਹਿਲਾਂ ਤਾਂ ਹੈਗੇ ਸੀ ਸਿੱਧੇ, ਵੀ ਉਹਨਾਂ ਤੋਂ ਕੀ ਪ੍ਰੋਡਿਊਸ ਹੁੰਦਾ ਜਾਂ ਆਪਾਂ ਉਹਨਾਂ ਨੂੰ ਕਿਵੇਂ ਕਰ ਸਕਦੇ। ਠੀਕ ਹੈ, ਦੋ ਤਰ੍ਹਾਂ ਨਾਲ, ਪ੍ਰੋਡਕਸ਼ਨ ਐਂਡ ਕੰਜ਼ੰਪਸ਼ਨ। ਅਤੇ ਹੁਣ ਹੈਗਾ ਗਾ ਇਨਡਾਇਰੈਕਟ ਵੇਜ਼ ਨਾਲ, ਜਿਹਦੇ ਵਿੱਚ ਪਹਿਲਾਂ ਕੀ ਹੈ, ਬਾਇਓਡਾਇਵਰਸਿਟੀ ਹੈਲਪਸ ਇਨ ਮੇਨਟੇਨਿੰਗ ਵਾਟਰ ਸਾਈਕਲ, ਜਲ ਚੱਕਰ, ਪਾਣੀ ਦਾ ਸਰਕਲ ਬਣਾਉਣ ਦੇ ਵਿੱਚ ਹੈਲਪ ਕਰਦੀ ਹੈ। ਠੀਕ ਹੈ, ਅਸਥੈਟਿਕ ਵੈਲਿਊ, ਅਸਥੈਟਿਕ ਦਾ ਮਤਲਬ ਹੁੰਦਾ ਸੁਹਾਜਮਤ, ਸੋਹਣਾ ਲੱਗਦਾ ਹੈ, ਵੀ ਜੇ ਵਰਲਡ ਕਲਰਫੁੱਲ ਹੈ ਤਾਂ ਆਪਾਂ ਨੂੰ ਸੋਹਣਾ ਲੱਗਦਾ। ਬਟਰਫਲਾਈਜ਼, ਮੈਮਲਸ, ਗ੍ਰੀਨ ਫੋਰੈਸਟ, ਰੈੱਡ ਫਲਾਵਰਸ, ਡਿਫਰੈਂਟ ਕਲਰਸ ਦੇ ਜਿਹੜੇ ਫਲਾਵਰਸ ਨੇ ਉਹ ਆਪਾਂ ਨੂੰ ਸੋਹਣੇ ਲੱਗਦੇ ਆ। ਐਥੀਕਲ ਮਤਲਬ ਸੱਭਿਆਚਾਰਕ ਜਾਂ ਨੈਤਿਕ। ਇਹਦੇ ਵਿੱਚ ਕੀ ਹੈ ਵੀ ਜਿਹੜੇ ਜੀਵਨ ਦਾ ਵਿਕਾਸ ਹੈ, ਬਾਇਓਡਾਇਵਰਸਿਟੀ ਹੈ, ਉਹ ਲੱਖਾਂ ਕਰੋੜਾਂ ਸਾਲ ਪਹਿਲਾਂ ਹੋਈ ਸੀ। ਇਹ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹਨਾਂ ਨੂੰ ਆਉਣ ਵਾਲੀ ਪੀੜ੍ਹੀਆਂ ਲਈ ਸੰਭਾਲ ਕੇ ਰੱਖੀਏ। ਫਿਰ ਹੈਗਾ ਆਪਣੇ ਕੋਲੇ ਸੋਸ਼ਲ ਇੰਪੋਰਟੈਂਸ। ਸੋਸ਼ਲ ਮਤਲਬ ਸਮਾਜਿਕ ਤੌਰ 'ਤੇ ਕੀ ਹੈ ਵੀ ਜਿਹੜੀ ਆਪਣੀ ਜੈਵਿਕ ਵਿਭਿੰਨਤਾ ਨਾਲ ਬਹੁਤ ਪੁਰਾਣਾ ਸੰਬੰਧ ਹੈ, ਆਪਣੀ ਪਰੰਪਰਾ, ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖੀਏ, ਇਹਨਾਂ ਫਸਲਾਂ ਨੂੰ ਖਰਾਬ ਨਾ ਹੋਣ ਦੇਈਏ। ਫਿਰ ਹੈਗਾ ਇਕੋਲੋਜੀਕਲ ਇੰਪੋਰਟੈਂਸ। ਇਕੋਲੋਜੀਕਲ ਇੰਪੋਰਟੈਂਸ ਕੀ ਹੈ, ਇਹਦਾ ਮਤਲਬ ਹੈ ਪਰਿਸਥਿਤਿਕ, ਮੀਨਸ ਕਿਸੇ ਜਗ੍ਹਾ 'ਤੇ ਕੋਈ ਚੀਜ਼ ਸੇਵ ਕਰ ਰਹਿ ਸਕਦੀ ਹੈ, ਕਿਸੇ ਜਗ੍ਹਾ 'ਤੇ ਕੋਈ, ਜੇ ਉਹਨਾਂ ਨੂੰ ਉਹ ਨਾ ਮਿਲੇ ਉਹ ਵਾਲਾ ਇਨਵਾਇਰਮੈਂਟ ਤਾਂ ਉਹ ਖਤਮ ਹੋ ਜਾਂਦੀ ਹੈ। ਜਿਵੇਂ ਡੋਡੋ ਹੈ, ਡੋਡੋ ਨਾਮ ਦਾ ਪੰਛੀ ਹੈ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ। ਕਬੂਤਰ ਦੀ ਸ਼ਕਲ ਵਾਲਾ ਵੱਡੇ ਆਕਾਰ ਦਾ ਪੰਛੀ ਵੀ ਕੀ ਹੈ, ਖਤਮ ਹੋ ਗਿਆ। ਠੀਕ ਹੈ, ਕਿਉਂਕਿ ਜਿਹੜੇ ਇਹ ਸੀਗੇ ਇਹ ਕੀ ਕਰਦੇ ਸੀ, ਰੁੱਖਾਂ ਦੇ ਬੀਜ ਨੂੰ ਖਿੰਡਾ ਸਕਦੇ ਸੀ। ਹੋਰ ਕੋਈ ਵੀ ਜਿਹੜਾ ਪੰਛੀ ਆ ਉਹ ਇਹ ਕੰਮ ਨਹੀਂ ਕਰ ਸਕਦਾ। ਉਹਦੇ ਨਾਲ ਕੀ ਹੋਇਆ, ਪਰਿਸਥਿਤਿਕ ਵੈਲਿਊ ਖਤਮ ਹੋ ਗਈ, ਇਕੋਲੋਜੀਕਲ ਬੈਲੈਂਸ ਖਤਮ ਹੋ ਗਿਆ। ਫਿਰ ਆ ਜੈਨੇਟਿਕ ਇੰਪੋਰਟੈਂਸ। ਜੈਨੇਟਿਕ ਇੰਪੋਰਟੈਂਸ ਮਤਲਬ ਜਿਹੜੀ ਆਰਟੀਫਿਸ਼ੀਅਲ ਸਿਲੈਕਸ਼ਨ ਆਪਾਂ ਕਰਦੇ ਹਾਂ ਫਸਲਾਂ ਦੀ, ਜਾਨਵਰਾਂ ਦੀ, ਉਹਨਾਂ ਨੂੰ ਕਿਵੇਂ ਮੇਨਟੇਨ ਕਰ ਸਕਦੇ। ਉਹਦੇ ਵਿੱਚ ਕੀ ਹੁੰਦਾ ਵੀ ਜੀਨਸ ਨੂੰ ਐਕਸਚੇਂਜ ਕਰ ਦਿੰਦੇ ਹਾਂ, ਇੱਕ ਦਾ ਜੀਨ ਆਪਾਂ ਦੂਜੇ ਦੇ ਵਿੱਚ ਪਾ ਦਿੰਦੇ ਹਾਂ। ਠੀਕ ਹੈ, ਉਹਦੇ ਨਾਲ ਕੀ ਹੁੰਦਾ, ਜੀਨਾਂ ਦੀ ਮਹੱਤਵ ਮਤਲਬ ਇੱਕ ਦਾ ਗੁਣ ਆਪਾਂ ਦੂਸਰੇ ਦੇ ਗੁਣ ਦੇ ਵਿੱਚ ਮਿਕਸ ਕਰ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਹੈ ਡਰੱਗਸ ਐਂਡ ਮੈਡੀਸਿਨ। ਠੀਕ ਹੈ, ਸਾਇੰਟੀਫਿਕ ਇੰਪੋਰਟੈਂਸ ਹੈਗਾ ਸੀ। ਇਹਦੇ ਵਿੱਚ ਕੀ ਹੈ, ਸਾਇੰਟੀਫਿਕ ਇੰਪੋਰਟੈਂਸ ਦੇ ਵਿੱਚ ਵੀ ਜਿਹੜੀ ਖੇਤੀਬਾੜੀ ਹੈ ਉਹਦੇ 'ਚ ਹੈ ਨਾ, ਬਰੀਡਿੰਗ, ਐਗਰੀਕਲਚਰ, ਪਸ਼ੂ ਪਾਲਣ, ਮੱਛੀ ਪਾਲਣ, ਇਹ ਸਾਰੀਆਂ ਚੀਜ਼ਾਂ ਬਹੁਤ ਮਹੱਤਵ ਰੱਖਦੇ ਨੇ। ਚੂਹੇ, ਡੱਡੂ, ਖਰਗੋਸ਼, ਇਹ ਬਿਮਾਰੀਆਂ ਦੇ ਇਲਾਜ ਕਰਨ ਲਈ, ਕੋਈ ਵੀ ਬਿਮਾਰੀ ਦਾ ਇਲਾਜ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਉਹਨੂੰ ਚੂਹੇ ਦੇ ਉੱਪਰ ਕੀਤਾ ਜਾਂਦਾ ਸੀ। ਨੈਕਸਟ ਡਰੱਗਸ ਐਂਡ ਮੈਡੀਸਿਨਸ। ਜਿਹੜੇ ਪੌਦੇ ਨੇ, ਪਲਾਂਟਸ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਵੇਂ ਕੁਨੀਨ ਆਪਾਂ ਨੂੰ ਸਿੰਕੋਨਾ ਪੌਦੇ ਤੋਂ ਮਿਲਦਾ, ਇਹ ਮਲੇਰੀਆ ਦੇ ਟਰੀਟਮੈਂਟ ਦੇ ਵਿੱਚ। ਤੁਲਸੀ ਹੈ ਬਿਮਾਰੀ ਹੋਣ ਦੇ ਵਿੱਚ। ਇਸ ਤਰ੍ਹਾਂ ਅਲੱਗ-ਅਲੱਗ ਦਵਾਈਆਂ ਦਾ ਅਲੱਗ-ਅਲੱਗ ਯੂਜ਼ ਹੈ। ਕਮਰਸ਼ੀਅਲ ਇੰਪੋਰਟੈਂਸ ਮਤਲਬ ਵਪਾਰਕ ਮਹੱਤਤਾ। ਵਪਾਰ ਦੇ ਵਿੱਚ ਆਪਾਂ ਨੂੰ ਕੀ ਹੈਲਪ ਮਿਲਦੀ ਹੈ, ਪਲਾਂਟਸ ਨੇ ਜਿਹੜੇ ਸਾਨੂੰ ਫੂਡ ਪ੍ਰੋਵਾਈਡ ਕਰਦੇ ਨੇਗੇ, ਸਪੀਸੀ ਯੂਜ਼ ਕਰਦੇ ਆ, ਪ੍ਰੋਵਾਈਡ 85% ਆਫ ਵਰਲਡ ਫੂਡ। ਫਰ ਹੈ, ਸਕਿਨ ਹੈ, ਮਸਕ, ਲੈਦਰ, ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਪਲਾਂਟਸ ਤੋਂ ਮਿਲਦੀਆਂ ਨੇ। ਠੀਕ ਹੈ, ਜੰਗਲੀ ਪੌਦਿਆਂ ਤੋਂ ਆਪਾਂ ਨੂੰ ਲੱਕੜੀ ਮਿਲਦੀ ਆ, ਕਾਗਜ਼, ਗੂੰਦ, ਰੇਜ਼ਿਨਸ ਮਤਲਬ ਬਰੋਜਾ। ਠੀਕ ਹੈ, ਇਹ ਬਹੁਤ ਸਾਰੇ ਡਰਾਈ ਫਰੂਟਸ, ਹੋਰ ਫਰੂਟਸ, ਐਸਟਿਕ ਐਸਿਡ, ਬਹੁਤ ਸਾਰੇ ਕੈਮੀਕਲਸ ਮਿਲਦੇ ਆ। ਫਿਰ ਟੂਰਿਜ਼ਮ ਇਨ ਸੈਰ ਸਪਾਟੇ ਲਈ ਬਹੁਤ ਸਾਰੇ ਲੋਕ ਨੇ ਨੈਸ਼ਨਲ ਪਾਰਕਸ, ਸੈਂਚੁਰੀਜ਼ ਦੇਖਣ ਆਉਂਦੇ ਨੇ, ਜਿਹਦੇ ਨਾਲ ਆਪਾਂ ਨੂੰ ਕੀ ਮਿਲਦਾ, ਐਕਸਪਲੋਜ਼ਰ ਮਿਲਦਾ ਵਰਲਡ ਦੇ ਵਿੱਚ। ਟਾਈਪਸ ਆਫ ਦਾ ਲੈਵਲਸ ਆਫ ਦਾ ਬਾਇਓਡਾਇਵਰਸਿਟੀ, ਜਿਹੜੀਆਂ ਕਿ ਜੈਵਿਕ ਵਿਭਿੰਨਤਾ ਦੀਆਂ ਕਿਹੜੀਆਂ ਕਿਸਮਾਂ ਨੇਗੀਆਂ। ਠੀਕ ਹੈ, ਪਹਿਲੀ ਹੈਗੀ ਹੈ ਜੈਨੇਟਿਕ ਡਾਇਵਰਸਿਟੀ। ਜੈਨੇਟਿਕ ਮਤਲਬ ਜੀਨਾਂ ਦੇ ਨਾਲ ਕਿਹੜੀ ਡਾਇਵਰਸਿਟੀ, ਜਿਵੇਂ ਕਈ ਹੈ ਜਾਤੀਆਂ ਨੇ ਜੀਨਸ ਤੋਂ ਪੈਦਾ ਹੋਣ ਵਾਲੀ, ਜਿਵੇਂ ਪੀੜ੍ਹੀਆਂ ਤੋਂ ਪੀੜ੍ਹੀ ਦਾ ਜਿਹੜੀ ਚੇਂਜ ਆਉਂਦੀ ਹੈ। ਠੀਕ ਹੈ, ਮਨੁੱਖਾਂ ਦੀ ਸ਼ਕਲ ਦੇ ਵਿੱਚ, ਪਸ਼ੂਆਂ ਪੰਛੀਆਂ ਦੇ ਵਿੱਚ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਜੈਨੇਟਿਕ। ਫਿਰ ਹੈਗੀ ਹੈ
ਸਪੀਸੀਜ਼ ਡਾਇਵਰਸਿਟੀ, ਜਾਤੀਆਂ ਵਿੱਚ ਵਿਭਿੰਨਤਾ। ਅਲੱਗ-ਅਲੱਗ ਸਪੀਸੀਜ਼ ਪ੍ਰੋਡਿਊਸ ਹੁੰਦੀਆਂ ਨੇ, ਜਿਵੇਂ ਹੈ ਨਾ ਤੇਂਦੂਆ ਹੋ ਗਿਆ, ਸ਼ੇਰ ਹੋ ਗਿਆ। ਸ਼ੇਰ ਦੀਆਂ ਹੀ ਬਹੁਤ ਸਾਰੀਆਂ ਪ੍ਰਜਾਤੀਆਂ ਹੁੰਦੀਆਂ ਨੇਗੀਆਂ, ਇੱਕੋ ਹੀ ਸਪੀਸੀਜ਼ ਦੀਆਂ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇਗੀਆਂ। ਇਕੋਲੋਜੀਕਲ ਡਾਇਵਰਸਿਟੀ, ਪਰਿਸਥਿਤਿਕ ਵਿਭਿੰਨਤਾ। ਪਰਿਸਥਿਤਿਕ ਵਿਭਿੰਨਤਾ ਕੀ ਹੈ ਵੀ, ਜਿਵੇਂ ਟਰੈਸਟਰੀਅਲ ਐਨੀਮਲਸ ਹੁੰਦੇ, ਇਕੁਏਟਿਕ ਐਨੀਮਲਸ, ਵੈਟਲੈਂਡਸ। ਟਰੈਸਟਰੀਅਲ ਫੋਰੈਸਟ ਹੁੰਦੇ ਨੇ ਜਿਵੇਂ ਜੰਗਲ, ਘਾਹ ਦੇ ਮੈਦਾਨ, ਹੈ ਨਾ। ਇਕੁਏਟਿਕ ਫਰੈਸ਼ ਵਾਟਰ, ਮੈਰਾਈਨ ਵਾਟਰ ਇਕੋਸਿਸਟਮ। ਸੇਜ਼ਲ ਮੀਨਸ ਵੈਟਲੈਂਡ, ਵੈਟਲੈਂਡ ਦੇ ਵਿੱਚ ਮੈਨਗਰੂਵਸ ਹੁੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਸੈਕਰਡ ਗਰੂਵਸ ਵੀ ਕਹਿੰਦੇ ਹਾਂ। ਇਸਟਰਾਈਨ ਇਕੋਸਿਸਟਮ, ਠੀਕ ਹੈ, ਇਹ ਚੀਜ਼ਾਂ ਹੁੰਦੀਆਂ ਨੇ। ਉਸ ਤੋਂ ਬਾਅਦ ਹੈ ਆਪਣੇ ਕੋਲ ਬੈਲੈਂਸ ਇਨ ਨੇਚਰ। ਬੈਲੈਂਸ ਇਨ ਨੇਚਰ ਇਹਦੇ ਵਿੱਚ ਕੀ ਹੈਗਾ ਵੀ ਜਿਹੜੀਆਂ ਬਾਹਰੀ ਤਾਕਤਾਂ ਨੇ ਅਤੇ ਅੰਦਰੂਨੀ ਤਾਕਤਾਂ ਨੇ, ਇਹ ਦੋਨਾਂ ਦੇ ਵਿੱਚ ਬੈਲੈਂਸ ਬਣਿਆ ਰਹਿੰਦਾ। ਜਿਵੇਂ ਬਾਹਰੀਆਂ ਤਾਕਤਾਂ ਕੀ ਨੇਗੀਆਂ, ਫਲੱਡਾਂ ਨੇ, ਲੈਂਡਸਲਾਈਡ, ਫਾਇਰ, ਪੈਸਟ, ਇਹ ਸਾਰੀਆਂ ਬਾਹਰਲੀਆਂ ਤਾਕਤਾਂ ਨੇ। ਅੰਦਰੂਨੀ ਤਾਕਤਾਂ ਜਿਵੇਂ ਭੂਚਾਲ ਆਉਣਾ, ਲਾਰਜ ਸਕੇਲ ਸ਼ਿਫਟਿੰਗ ਆਫ ਪਲੇਟਸ ਆਫ ਦਾ ਅਰਥ, ਠੀਕ ਹੈ, ਰੌਕਸ, ਸੀਜ਼, ਇਹ ਸਾਰੀਆਂ ਕੀ ਨੇਗੀਆਂ ਕਾਜ਼ ਆਫ ਇਹ ਜਿਹੜੇ ਮਾਊਂਟੇਨਸ ਬਣਦੀਆਂ ਨੇ, ਇਹ ਸਾਰੀਆਂ ਕੀ ਨੇ ਅੰਦਰੂਨੀ। ਫਿਰ ਹੈ ਬਾਇਓਡਾਇਵਰਸਿਟੀ ਫॉर ਸਸਟੇਨੈਂਸ ਆਫ ਮੈਨਕਾਇੰਡ। ਮੈਨਕਾਇੰਡ ਨੂੰ ਮਤਲਬ ਮਨੁੱਖਤਾ ਨੂੰ ਬਰਕਰਾਰ ਰੱਖਣ ਲਈ, ਟਿਕਾਊ ਕਰਨ ਲਈ ਬਾਇਓਡਾਇਵਰਸਿਟੀ ਦਾ ਕੀ ਮਹੱਤਵ ਹੈ। ਤਾਂ ਲੋਕਾਂ ਨੂੰ, ਜੰਤੂਆਂ ਨੂੰ, ਪੌਦਿਆਂ ਨੂੰ ਜਿਉਂਦੇ ਰਹਿਣ ਲਈ, ਸਿਹਤਮੰਦ ਰਹਿਣ ਲਈ ਕਾਹਦੀ ਲੋੜ ਹੁੰਦੀ ਹੈ, ਭੋਜਨ ਅਤੇ ਪਾਣੀ ਦੀ। ਜੇ ਜੈਵਿਕ ਵਿਭਿੰਨਤਾ ਹੋਊਗੀ ਤਾਂ ਹੀ ਆਪਾਂ ਨੂੰ ਪਾਣੀ ਮਿਲੂਗਾ, ਭੋਜਨ ਮਿਲੂਗਾ, ਠੀਕ ਹੈ। ਇਹ ਸਾਰੀ ਜਿਹੜਾ 7% ਆਪਣਾ ਹਿੱਸਾ ਅਰਥ ਦਾ, ਉਹ ਟੋਟਲ ਅਰਥ ਦੇ ਉੱਪਰ ਕੀ ਨੇ, ਟ੍ਰੋਪੀਕਲ ਫੋਰੈਸਟ ਨੇ। ਬਾਕੀ ਹਿਮਾਲਿਆਜ਼ ਨਾਲ, ਵੈਸਟ ਬੰਗਾਲ, ਨਾਰਥ ਵੇ, ਵੈਟਲੈਂਡਸ ਨੇਗੀਆਂ, ਠੀਕ ਹੈ, ਜਿਹੜਾ ਸਾਊਥ ਦੇ ਵਿੱਚ ਆ ਜਾਂਦਾ। ਇੰਡੀਅਨ ਦੇ ਵਿੱਚ ਬਹੁਤ ਸਾਰੀ ਡਾਇਵਰਸਿਟੀ ਹੈ, ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਕਲਾਈਮੇਟ ਆਉਂਦਾ ਹੈ, ਹਰ ਇੱਕ ਤਰ੍ਹਾਂ ਦੇ ਉਹਦੇ ਉੱਪਰ ਅਰਥ ਦਾ ਪਾਰਟ ਹੈ, ਠੀਕ ਹੈ। ਸਮੁੰਦਰ ਵੀ ਹੈ, ਪਹਾੜ ਵੀ ਹੈ, ਰੇਗਿਸਤਾਨ ਵੀ ਹੈ। ਤਾਂ ਇੰਡੀਆ ਸਭ ਤੋਂ ਜ਼ਿਆਦਾ ਡਾਇਵਰਸਡ ਕੰਟਰੀ ਹੈ। ਬਾਇਓਡਾਇਵਰਸਿਟੀ ਦੀ ਇੰਪੋਰਟੈਂਸ ਮੈਨਕਾਇੰਡ ਲਈ, ਆਪਾਂ ਨੂੰ ਜਿਹੜੇ ਐਨੀਮਲਸ ਨੇ ਉਹਨਾਂ ਤੋਂ ਐਨੀਮਲ ਟਸਕ ਮੀਨਸ ਹਾਥੀ ਦੇ ਦੰਦ, ਮਸਕ ਫॉर ਮਸਕ ਡੀਅਰ, ਹਿਰਨ ਤੋਂ ਪ੍ਰਾਪਤ ਹੋਣ ਵਾਲੀ ਕਸਤੂਰੀ ਨੂੰ ਕੀ ਕਹਿੰਦੇ ਨੇ, ਮਸਕ। ਸਿਲਕ ਮਿਲਦੀ ਹੈ ਸਿਲਕ ਵਰਮ ਤੋਂ, ਜਿਹਨੂੰ ਆਪਾਂ ਕਮਰਸ਼ੀਅਲ ਪਰਪਸ ਲਈ ਯੂਜ਼ ਕਰਦੇ ਹਾਂ। ਹੋਰ ਰਿਚ ਡਾਇਵਰਸਿਟੀ ਹੈਬੀਟੈਟਸ ਨੇ ਜਿਹੜੇ ਡਿਸਟਰੋਏ ਨਾ ਹੋਣ, ਫਰੈਗਮੈਂਟ ਡੀਗ੍ਰੇਡ ਹੋਈ ਜਾਂਦੇ ਨੇ, ਠੀਕ ਹੈ। ਹੋਰ ਬਹੁਤ ਗਿਣਤੀ ਦੇ ਵਿੱਚ ਜਿਹੜੇ ਪੌਦੇ ਨੇ ਉਹ ਮਨੁੱਖ ਨੂੰ ਭੋਜਨ ਪ੍ਰਦਾਨ ਕਰਦੇ ਨੇ। 75% ਜਿਹੜੀ ਵਰਲਡ ਦੀ ਪਾਪੂਲੇਸ਼ਨ ਹੈ ਉਹ ਆਪਣਾ ਫੂਡ ਜਾਂ ਮੈਡੀਸਿਨਸ ਕਿੱਥੋਂ ਲੈਂਦੇ ਆ, ਪਲਾਂਟਸ ਤੋਂ ਲੈਂਦੇ ਆ। ਅਤੇ ਮੋਸਟਲੀ ਜਿਹੜੇ ਫਰੈਸ਼ ਨੇ ਉਹਨੂੰ ਆਪਾਂ ਵੁੱਡ ਫਿਊਲ ਲਈ ਯੂਜ਼ ਕਰਦੇ ਹਾਂ। ਫੋਸਿਲ, ਕੋਲ, ਪੈਟਰੋਲੀਅਮ, ਨੈਚੁਰਲ ਗੈਸ, ਇਹ ਸਾਰੇ ਆਪਾਂ ਨੂੰ ਕਿੱਥੋਂ ਮਿਲਦੇ ਨੇਗੇ, ਪਲਾਂਟਸ ਤੋਂ ਹੀ ਮਿਲਦੇ ਨੇ। ਫਿਰ ਲਿਮੀਟੇਸ਼ਨ ਆਫ ਦਾ ਰਿਸੋਰਸਿਸ, ਸਾਧਨਾਂ ਦੀ ਸੀਮਿਤ, ਵੀ ਸਾਧਨ ਆਪਣੇ ਕੋਲ ਕਿੰਨੇ ਕੁ ਨੇ ਜਾਂ ਘੱਟ ਨੇ। ਉਹ ਚੀਜ਼ ਜਿਹੜੀਆਂ ਵੀ ਵਸਤੂਆਂ ਨੇਗੀਆਂ, ਠੀਕ ਹੈ, ਚਾਹੇ ਉਹ ਲਿਵਿੰਗ ਹੈ ਚਾਹੇ ਨੋਨ ਲਿਵਿੰਗ ਹੈ, ਉਹ ਆਪਣੀਆਂ ਸ਼ਰਤਾਂ ਪੂਰੀਆਂ ਕਰਨ ਲਈ ਆਪਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਸਾਧਨਾਂ ਦੀ ਲੋੜ ਪੈਂਦੀ ਹੈ। ਅਤੇ ਜਿਵੇਂ ਤਾਜ਼ੀ ਹਵਾ, ਪਾਣੀ, ਫਰਟਾਈਲ ਲੈਂਡ, ਇਹ ਕੀ ਆਪਾਂ ਇਹਨਾਂ ਨੂੰ ਪ੍ਰੀਜ਼ਰਵ ਵੀ ਕਰ ਸਕਦੇ ਹਾਂ, ਖਰਾਬ ਵੀ ਕਰ ਸਕਦੇ ਹਾਂ। ਪਹਿਲਾ ਹੈਗਾ ਲਿਮੀਟੇਸ਼ਨਸ ਆਫ ਲੈਂਡ ਰਿਸੋਰਸਿਸ। ਲਿਮੀਟੇਸ਼ਨਸ ਆਫ ਲੈਂਡ ਰਿਸੋਰਸਿਸ ਕੀ ਹੈ, ਇਹਦੇ ਉੱਪਰ ਕੀ ਹੈ, ਜਿਹੜੀ ਆਪਾਂ ਲੈਂਦੇ ਹਾਂ ਅਰਥ ਦੀ ਸਭ ਤੋਂ ਉੱਪਰ ਵਾਲੀ ਪਰਤ ਲੈ ਲੈਂਦੇ, ਉਹ ਫਸਟ ਲੇਅਰ ਆਫ ਦਾ ਅਰਥ, ਜਿਹੜੀ ਆਪਣੀ ਕੀ ਹੈ ਬੇਸਿਕ ਰਿਸੋਰਸ ਹੈ। ਇਹਦੇ ਉੱਪਰ ਕੀ ਹੁੰਦਾ ਹੈਗਾ, ਇਹ ਜਿਹੜੀ ਆਪਣੀ ਲੇਅਰ ਹੈ ਇਹ ਸਭ ਤੋਂ ਜ਼ਿਆਦਾ ਆਪਣੇ ਲਈ ਇੰਪੋਰਟੈਂਟ ਹੈ। ਕਿਉਂ, ਇਹਦੇ ਵਿੱਚ ਕੀ ਹੁੰਦੀ ਹੈ, ਸਾਰੀ ਸਿਸਟਮ ਫੂਡ, ਫੋਡਰ, ਵੈਜੀਟੇਸ਼ਨ, ਇਹ ਸਾਰਾ ਕੀ ਹੁੰਦਾ ਫਸਟ ਲੇਅਰ ਦੇ ਵਿੱਚ ਹੀ ਹੁੰਦਾ। ਤਾਂ ਇਹਨੂੰ ਕੀ ਹੈ, ਇਹਦੇ 'ਚ ਆਪਾਂ ਫਰਟਾਈਲ ਲੈਂਡ ਨੂੰ ਯੂਜ਼ ਕਰਦੇ ਐਗਰੀਕਲਚਰ ਲਈ, ਜਿਹੜੀ ਨੋਨ ਫਰਟਾਈਲ ਹੁੰਦੀ ਹੈ ਉਹਨੂੰ ਆਪਾਂ ਹੋਰ ਪਰਪਸ ਲਈ ਯੂਜ਼ ਕਰ ਲੈਂਦੇ ਹਾਂ। ਪ੍ਰੋਡਕਟੀਵਿਟੀ ਆਫ ਸੋਇਲ, ਇਹਨੂੰ ਆਪਾਂ ਰੀਸਟੋਰ ਕਰ ਸਕਦੇ ਹਾਂ। ਬਟ ਜਿਹੜੇ ਸੋਇਲ ਇਰੋਜ਼ਨ ਨੇ ਉਹਨਾਂ ਨੂੰ ਘਟਾਉਣ ਲਈ, ਕਿਉਂਕਿ ਜੇ ਤਾਂ ਸੋਇਲ ਇਰੋਜ਼ਨ ਹੋ ਜਾਊਗਾ ਤਾਂ ਆਪਾਂ ਕਿਵੇਂ ਉਹਨੂੰ ਘਟਾ ਸਕਦੇ ਹਾਂ, ਪਲਾਂਟਸ ਨੂੰ ਉਗਾ ਕੇ। ਅਤੇ
ਜਿਹੜੇ ਭੂਮੀ ਦੇ ਵਿੱਚ ਅਰਥ ਦੇ ਵਿੱਚ ਲਗਾਤਾਰ ਆਪਾਂ ਨੂੰ ਤੱਤ ਘਟਦੇ ਜਾ ਰਹੇ ਨੇ, ਉਹਨਾਂ ਦੀ ਉਪਜਾਊ ਸ਼ਕਤੀ ਕੀ ਹੋ ਜਾਂਦੀ, ਉਹਦੇ ਨਾਲ ਫਰਟਾਈਲ ਘੱਟ ਜਾਂਦੀ ਹੈ। ਤਾਂ ਕਰਕੇ ਆਪਾਂ ਨੂੰ ਫਸਲਾਂ ਦੀ ਅਦਲਾ ਬਦਲੀ ਕਰਕੇ ਬੀਜਣੀ ਚਾਹੀਦੀ ਹੈ। ਕਾਰਬਨਿਕ ਖਾਦਾਂ, ਜੈਵ ਕੀਟਨਾਸ਼ਕ, ਇਹਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਮੋਸਟਲੀ ਆਪਾਂ ਨੂੰ ਕੀ ਹੈ, ਔਰਗੈਨਿਕ ਪ੍ਰੋਡਕਟਸ ਦੀ ਯੂਜ਼ ਕਰਨੀ ਚਾਹੀਦੀ ਹੈ। ਸਿੰਚਾਈ ਦੇ ਸਾਧਨ ਪਾਣੀ ਖੜਾ ਰਹਿੰਦਾ, ਜਿਹਦੇ ਕਰਕੇ ਕੀ ਹੁੰਦਾ, ਪਾਣੀ ਖੜਨ ਨਾਲ ਵੀ ਜਿਹੜੀ ਉਹਦੀ ਸ਼ਕਤੀ ਹੈ, ਧਰਤੀ ਦੀ ਉਪਜਾਊ ਸ਼ਕਤੀ ਜਾਂ ਫਰਟਾਈਲ ਲੈਂਡ ਘੱਟ ਜਾਂਦੀ ਹੈ। ਕਈ ਜਿਹੜੇ ਹੁੰਦੇ ਨੇ ਉੱਥੇ ਲੈਂਡ ਦੇ ਵਿੱਚ ਸੋਇਲ ਜਿਹੜਾ ਲੈਂਡ ਦੇ ਵਿੱਚ ਕੀ ਹੈ, ਸੈਲਿਨਿਟੀ ਜ਼ਿਆਦਾ ਹੁੰਦੀ ਹੈ, ਐਲਕਲਾਈਨਿਟੀ ਮਤਲਬ ਖਾਰਾਪਨ ਹੁੰਦਾ ਹੈ। ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਜਿਹੜੇ ਸਾਲਟ ਰਜਿਸਟੈਂਟ ਪਲਾਂਟਸ ਹੁੰਦੇ ਨੇ, ਜਿਵੇਂ ਬਾਰਲੇ, ਜੌਂ, ਸੋਇਆ, ਕਾਟਨ, ਪਾਲਕ, ਇਹ ਵਾਲੇ ਬੀਜ ਨੇ। ਫਿਰ ਹੈ ਲਿਮੀਟੇਸ਼ਨਸ ਆਫ ਵਾਟਰ ਰਿਸੋਰਸਿਸ। ਧਰਤੀ ਦਾ ਜਿਹੜਾ ਪੂਰਾ ਭਾਗ ਹੈ 70.8% ਉਹ 'ਤੇ ਕੀ ਹੈ, ਪਾਣੀ ਹੈ, ਜਿਹਦੇ ਵਿੱਚੋਂ 70% ਦੇ 97% ਓਸ਼ਨਸ ਹੈ, 2% ਗਲੇਸ਼ੀਅਰਸ ਹੈ, ਅਤੇ 1% ਪਾਣੀ ਹੈ ਜਿਹੜਾ ਆਪਾਂ ਯੂਜ਼ ਕਰ ਸਕਦੇ ਹਾਂ ਪੀਣ ਲਈ ਜਾਂ ਆਪਣੇ ਹਾਊਸ ਹੋਲਡ ਵਰਕਸ ਲਈ। ਤਾਂ ਇਹ ਵਾਲਾ ਪਾਣੀ ਵੀ ਕੀ ਹੈ, ਡੇ ਬਾਈ ਡੇ ਖਰਾਬ ਹੋ ਰਿਹਾ। ਤਾਂ ਆਪਾਂ ਨੂੰ ਪਾਣੀ ਨੂੰ ਕੀ ਹੋਣਾ ਚਾਹੀਦਾ, ਬਚਾਉਣਾ ਚਾਹੀਦਾ। ਮੀਂਹ ਦਾ ਪਾਣੀ, ਹੋਰ ਪਾਣੀ, ਇਹਨੂੰ ਆਪਾਂ ਨੂੰ ਇਕੱਠਾ ਕਰਨਾ ਚਾਹੀਦਾ, ਠੀਕ ਹੈ। ਕਿਸੇ ਵੀ ਤਰ੍ਹਾਂ ਨਾਲ ਜਿਹੜਾ ਵਾਟਰ ਹੈ ਉਹਨੂੰ ਆਪਾਂ ਰਿਸੋਰਸ ਨੂੰ, ਉਹਨੂੰ ਡੋਮੈਸਟਿਕ ਵਾਟਰ ਨੂੰ ਰੀਸਾਈਕਲ ਕਰਨਾ ਚਾਹੀਦਾ। ਰੀਸਾਈਕਲ ਕਿਵੇਂ, ਜਿਵੇਂ ਆਪਾਂ ਕੱਪੜੇ ਧੋਣ ਲਈ ਜਿਹੜਾ ਪਾਣੀ ਵਰਤਿਆ ਉਹਨੂੰ ਸਫਾਈ ਕਰਨ ਲਈ ਵਰਤ ਲਓ, ਹੈ ਨਾ। ਪੌਦਿਆਂ ਨੂੰ ਦੇ ਦਿਓ, ਜਿਹੜਾ ਭਾਂਡੇ ਧੋਣ ਵਾਲਾ ਪਾਣੀ ਉਹ ਪੌਦਿਆਂ ਨੂੰ ਦੇ ਦਿਓ। ਇਸ ਤਰ੍ਹਾਂ ਨਾਲ ਆਪਾਂ ਵਾਟਰ ਸੇਵ ਨੂੰ ਸੇਵ ਕਰ ਸਕਦੇ ਹਾਂ। ਫਿਰ ਆ ਲਿਮੀਟੇਸ਼ਨ ਆਫ ਮਿਨਰਲ ਸੋਰਸਿਸ। ਮਿਨਰਲ ਸੋਰਸਿਸ ਦੇ ਵਿੱਚ ਆਪਣੇ ਕੋਲ ਮੈਟਲਸ ਜਿਵੇਂ ਕੋਲ, ਆਇਰਨ, ਕਾਪਰ, ਸਟੀਲ, ਇਹ ਵਾਲੇ ਆਪਣੇ ਮੇਨ ਮਿਨਰਲਸ ਨੇ, ਜਿਨ੍ਹਾਂ ਦੇ ਨਾਲ ਆਪਣੀ ਇੰਡਸਟਰੀਜ਼ ਚੱਲਦੀਆਂ ਨੇ, ਠੀਕ ਹੈ। ਹੋਰ ਕੀ ਹੈ, ਯੂਰੇਨੀਅਮ, ਡਾਇਮੰਡ, ਨੋਨ ਫੈਰਸ ਅਲਾਇਜ਼, ਕਰੂਡ ਆਇਲ, ਇਹ ਸਾਰੇ ਕੀ ਨੇਗੇ, ਆਪਣੇ ਮਿਨਰਲਸ ਨੇਗੇ, ਸਕ੍ਰੈਪਸ ਨੇ, ਠੀਕ ਹੈ। ਇਹਨਾਂ ਨੂੰ ਕੀ ਹੈ, ਆਪਾਂ ਨੂੰ ਬਚਾਉਣਾ ਚਾਹੀਦਾ। ਸਕ੍ਰੈਪਸ ਯੂਜ਼ ਕਰਨੇ ਚਾਹੀਦੇ ਆ ਅਤੇ ਉਹਨਾਂ ਨੂੰ ਬਾਰ-ਬਾਰ ਯੂਜ਼ ਕਰਨਾ ਚਾਹੀਦਾ। ਕਾਪਰ, ਲੈਡ, ਟਿਨ, ਇਹਨਾਂ ਦੇ ਸਬਸਟੀਟਿਊਟਸ ਦੀ ਜਗ੍ਹਾ ਮੈਗਨੀਸ਼ੀਅਮ ਯੂਜ਼ ਕਰਨਾ ਚਾਹੀਦਾ। ਸਿਲਵਰ, ਗੋਲਡ, ਮਰਕਰੀ, ਇਹਨਾਂ ਨੂੰ ਵੀ ਦੂਸਰੇ ਮੈਟਲਸ ਦੇ ਨਾਲ ਸਬਸਟੀਟਿਊਟ ਕਰਨਾ ਚਾਹੀਦਾ। ਫਿਰ ਲਿਮੀਟੇਸ਼ਨਸ ਆਫ ਬਾਇਓਲੋਜੀਕਲ ਰਿਸੋਰਸਿਸ ਮੀਨਸ ਜੈਵਿਕ ਸਾਧਨਾਂ ਦੀ ਘਾਟ। ਜੈਵਿਕ ਸਾਧਨਾਂ ਦੇ ਵਿੱਚ ਆਪਣੇ ਕੋਲ ਸਾਰੀਆਂ ਲਿਵਿੰਗ ਚੀਜ਼ਾਂ ਆ ਜਾਂਦੀਆਂ, ਜਿਵੇਂ ਜੰਗਲ, ਹੈ ਨਾ, ਜੰਗਲ ਆ ਗਏ, ਜੰਗਲੀ ਐਨੀਮਲਸ ਆ ਗਏ, ਪਲਾਂਟਸ, ਇਹ ਸਾਰੇ ਕੀ ਹੈ, ਜੇ ਇਹ ਖਤਮ ਹੋ ਜਾਣਗੇ ਫਿਰ ਆਪਣੇ ਕੋਲ ਕੀ ਘੱਟ ਜੂਗਾ, ਫਿਊਲ ਘੱਟ ਜੂਗਾ, ਵੁੱਡ, ਟਿੰਬਰ, ਡਰੱਗਸ, ਇਹ ਸਾਰੀਆਂ ਚੀਜ਼ਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਕਰਕੇ ਆਪਾਂ ਨੂੰ ਕੀ ਹੈ, ਬਾਇਓਲੋਜੀਕਲ ਰਿਸੋਰਸਿਸ ਦੀ ਵੀ ਵਰਤੋਂ ਕੀ ਹੈ, ਥੋੜ੍ਹੀ ਘੱਟ ਕਰਨੀ ਚਾਹੀਦੀ ਹੈ। ਤਾਂ ਇਹਨਾਂ ਨਾਲ ਸਿਰਫ ਆਪਾਂ ਨੂੰ ਮਿਲੇ, ਸਗੋਂ ਜਿਹੜੇ ਐਨੀਮਲਸ ਨੇ ਉਹਨਾਂ ਦੀ ਵੀ ਜਿਹੜੀਆਂ ਅਲੱਗ-ਅਲੱਗ ਪ੍ਰਜਾਤੀਆਂ ਨੇ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਉਸ ਤੋਂ ਬਾਅਦ ਹੈ ਇਕੋਲੋਜੀਕਲ ਰੋਲ ਆਫ ਬਾਇਓਡਾਇਵਰਸਿਟੀ ਮੀਨਸ ਜੈਵਿਕ ਵਿਭਿੰਨਤਾ ਦੀ ਪ੍ਰਸਥਿਤੀ ਸੰਬੰਧੀ ਕੀ ਭੂਮਿਕਾ ਹੈ, ਵੀ ਆਪਾਂ ਇਹਨੂੰ ਕਿਵੇਂ ਜੇ ਪ੍ਰੀਜ਼ਰਵ ਕਰਕੇ ਰੱਖਾਂਗੇ, ਇਕੋਲੋਜੀਕਲ ਸਿਸਟਮ ਨੂੰ ਬਾਇਓਡਾਇਵਰਸਿਟੀ ਬਣਾ ਕੇ ਰੱਖਾਂਗੇ ਤਾਂ ਆਪਾਂ ਨੂੰ ਉਹਦੇ ਕੀ ਫਾਇਦੇ ਨੇ। ਇੰਡੀਆ ਦੇ ਵਿੱਚ ਕੀ ਨੇਗੀਆਂ 12 ਮੈਗਾ ਡਾਇਵਰਸਿਟੀ ਸੈਂਟਰਸ ਨੇਗੇ, ਇਹਨਾਂ ਵਿੱਚੋਂ ਜਿਹਦੇ ਵਿੱਚ ਕਲਾਈਮੇਟਿਕ ਕੰਡੀਸ਼ਨਸ ਆਉਂਦੀਆਂ ਨੇ ਜਿਹੜੀਆਂ ਇਕੋਲੋਜੀਕਲ ਹੈਬੀਟੈਟ ਬਣਾਉਂਦੀਆਂ ਇੰਡੀਆ ਦਾ। ਉਹਦੇ ਵਿੱਚੋਂ ਡਿਫਰੈਂਟ ਕੈਟੇਗਰੀਜ਼ ਕੀ ਨੇ, ਟ੍ਰੋਪੀਕਲ ਫੋਰੈਸਟ ਜੰਗਲ, ਠੀਕ ਹੈ, ਸਬ ਟ੍ਰੋਪੀਕਲ, ਟੈਂਪਰੇਟ, ਐਲਪਾਈਨ ਐਂਡ ਫੋਰੈਸਟ, ਠੀਕ ਹੈ। ਫੋਰੈਸਟ ਨਹੀਂ ਆਊਗਾ ਇੱਥੇ, ਡੈਜ਼ਰਟ ਆਊਗਾ ਰਾਜੇ। 5th ਪੁਆਇੰਟ ਕੀ ਹੈ, ਡੈਜ਼ਰਟ, ਮਾਰੂਥਲ। ਫਸਟ ਹੈਗਾ ਫੋਰੈਸਟ ਇਕੋਲੋਜੀਕਲ ਸਿਸਟਮ ਜਾਂ ਫੋਰੈਸਟ ਈਕੋਸਿਸਟਮ, ਜੰਗਲੀ ਪਾਰਿਸਥਿਤਿਕ ਪ੍ਰਬੰਧ। ਆਪਣੇ ਕੋਲ ਜਿਹੜੇ 19.46% ਨੇ ਇੰਡੀਆ ਦੇ ਵਿੱਚ, ਉਹ ਆਪਣੇ ਕੋਲ ਕੀ ਹੈ, ਜੋਗਰਾਫੀਕਲ ਏਰੀਆ ਜਿਹੜਾ ਫੋਰੈਸਟਸ ਨੂੰ ਕਵਰ ਕਰਦਾ ਹੈ। ਇਹ ਫੋਰੈਸਟ ਤੋਂ ਆਪਾਂ ਨੂੰ ਉਹੀ ਚੀਜ਼ਾਂ ਮਿਲਦੀਆਂ ਨੇ, ਫੂਡ ਆਈਟਮਸ, ਟਿੰਬਰ, ਫਿਊਲ, ਗਮ, ਰੈਜ਼ਿਨਸ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੇ ਇੱਕ ਇਕੋਲੋਜੀਕਲ ਅਤੇ ਹਾਈਡਰੋਲੋਜੀਕਲ ਬੈਲੈਂਸਿਸ ਬਣਾ ਕੇ ਰੱਖਦੀਆਂ ਨੇ। ਫਿਰ ਸੈਕਿੰਡ ਆਪਣੇ ਕੋਲ ਇਹ ਹੈ ਗ੍ਰਾਸਲੈਂਡ, ਘਾਹ ਦੇ ਮੈਦਾਨ। ਘਾਹ ਦੇ ਮੈਦਾਨਾਂ ਤੋਂ ਮੇਨ ਆਪਾਂ ਨੂੰ ਘਾਹ ਤੋਂ ਕੀ ਹੈ, ਭਾਰਤ ਦੇ ਵਿੱਚ 12 ਮਿਲੀਅਨ ਹੈਕਟੇਅਰ ਕੀ ਨੇਗੇ ਆਪਣੇ ਕੋਲ ਘਾਹ ਦੇ ਮੈਦਾਨ ਨੇ। ਇਹ 15% ਭਾਗ ਕੀ ਹੈ, ਕੇਵਲ ਭਾਰਤ ਦੇ ਵਿੱਚ ਹੈ। ਕਿਤੇ ਫਸਲਾਂ 'ਚ ਆਪਾਂ ਨੂੰ ਚਾਰਾ ਮਿਲਦਾ ਹੈ। ਘਾਹ ਦੇ ਮੈਦਾਨਾਂ ਜਿੱਤੇ ਵੀ ਪੰਪਾਜ, ਸਪਾਨਾ, ਸਟੈਪੀ, ਪ੍ਰੇਰੀ, ਇਹ ਵੀ ਕਹਿੰਦੇ ਨੇਗੇ। ਫਿਰ ਹੈ ਡੈਜ਼ਰਟ ਇਕੋਸਿਸਟਮ।
ਡੈਜ਼ਰਟ ਮੀਨਸ ਮਾਰੂਥਲ। ਮੈਨੂੰ ਲੱਗਦਾ ਉਹ ਮਾਰੂਥਲ ਦੇ ਕੀ ਹੈ, ਭਾਰਤ ਦੇ ਵਿੱਚ ਟੋਟਲ 2,78,000 ਨਹੀਂ ਹਾਂ 2,78,330 ਸਕੁਅਰ ਕਿਲੋਮੀਟਰ ਕੀ ਹੈਗਾ ਆਪਣੇ ਕੋਲੇ ਡੈਜ਼ਰਟ ਹੈ, ਜਿਹਦੇ ਵਿੱਚੋਂ 1,96,150 ਇਕੱਲਾ ਰਾਜਸਥਾਨ ਦੇ ਵਿੱਚ ਹੈ, ਬਾਕੀ ਗੁਜਰਾਤ ਅਤੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਹੈ। ਇਹ ਵੀ ਕੀ ਹੈ, ਲੋ ਟੈਂਪਰੇਚਰ, ਲੋ ਰੇਨਫਾਲ ਹੁੰਦੀ ਹੈ ਇੱਥੇ, ਠੀਕ ਹੈ। ਇਹ ਨਾਰਥ ਹਿਮਾਲਯਨ ਰੇਂਜ ਦੇ ਵਿੱਚ ਆ ਜਾਂਦਾ ਹੈ। ਉਰੇ ਪਲਾਂਟਸ ਹੁੰਦੇ ਨੇ ਜਿਹੜੇ ਕੀ ਹੈ ਘੱਟ ਪਾਣੀ ਯੂਜ਼ ਕਰਦੇ ਨੇ, ਉਹ ਪਲਾਂਟਸ ਜਿਵੇਂ ਸੈਲਿਕਸ, ਸੀਸਰ ਮਾਈਕਰੋਫਿਲਮ, ਇਹ ਜਿਹੇ ਪੌਦੇ ਹੁੰਦੇ ਨੇ। ਫਿਰ ਹੈ ਵੈਟਲੈਂਡਸ। ਵੈਟਲੈਂਡਸ ਨੂੰ ਕੀ ਕਹਿੰਦੇ ਨੇ, ਸੇਜ਼ਲ ਪੋ। ਵੈਟਲੈਂਡਸ ਕੀ ਹੁੰਦੀ ਹੈ, ਦਲਦਲੀ ਧਰਤੀ, ਜਿੱਥੇ ਪਾਣੀ ਤੇ ਮਿੱਟੀ ਹੁੰਦੀ ਹੈ, ਬਟ ਉਹ ਕੀ ਹੁੰਦੀ ਹੈ, ਥੋੜ੍ਹੀ ਪੋਲੀ ਧਰਤੀ ਹੁੰਦੀ ਹੈ, ਵੀ ਮੀਨਸ ਅਗਰ ਆਪਾਂ ਉਹਦੇ ਉੱਪਰ ਚੱਲਾਂਗੇ ਤਾਂ ਵਿੱਚ ਦਬ ਸਕਦੇ ਹਾਂ। ਇਹ ਕਾਹਦੇ ਕਰਕੇ ਹੁੰਦੀ ਹੈ, ਹੜ੍ਹਾਂ ਕਰਕੇ, ਦਰਿਆਈ ਪਾਣੀ ਆ ਜਾਂਦਾ ਹੈ, ਮੀਂਹ ਬਹੁਤ ਜ਼ਿਆਦਾ ਹੋ ਜਾਂਦਾ ਹੈ, ਠੀਕ ਹੈ। ਲੂਣੀ ਦਲਦਲਾਂ ਮਤਲਬ ਸਾਲਟੀ ਜਿਹੜੀਆਂ ਹੁੰਦੀਆਂ ਨੇ, ਸਾਲਟੀ ਵੈਟਲੈਂਡਸ ਹੁੰਦੀਆਂ ਨੇ, ਕੋਸਟਲ ਵੈਟਲੈਂਡਸ ਹੁੰਦੀਆਂ ਨੇ, ਇਹਨਾਂ ਦੇ ਵਿੱਚ ਡਿਫਰੈਂਟ ਟਾਈਪਸ ਨੇ। ਫਿਰ ਹੈ ਮੈਂਗਰੋਵਸ। ਮੈਂਗਰੋਵਸ ਕਿੱਥੇ ਹੁੰਦੇ ਨੇ, ਗਰਮੀ ਵਾਲੇ, ਸੌਲਟ ਟੋਲਰੈਂਟ ਵੈਜੀਟੇਸ਼ਨ ਇਨ ਟ੍ਰੋਪੀਕਲ ਐਂਡ ਸਬ ਟ੍ਰੋਪੀਕਲ ਏਰੀਆਜ਼। ਮੀਨਸ ਮੈਂਗਰੋਵਸ ਗਰਮੀ ਵਾਲੇ, ਉੱਚ ਤਾਪੀ ਅਤੇ ਜਿੱਥੇ ਲੂ ਚੱਲਣ ਵਾਲੀ ਬਨਸਪਤੀ ਰਹਿ ਸਕੇ, ਜਿਹੜੇ ਗਰਮੀ ਦੇ ਵਿੱਚ ਹਵਾਵਾਂ ਚੱਲਦੀਆਂ ਉੱਥੇ ਹੁੰਦੀ ਹੈ। ਇਹਦੇ ਵੀ ਮੈਨਗਰੋਵਸ ਦੇ ਵਿੱਚ ਇੰਡੀਆ ਦੇ ਵਿੱਚ ਕੀ ਹੈ, ਐਲੂਵੀਅਲ ਡੈਲਟਾਸ ਨੇ, ਗੰਗਾ, ਗੋਦਾਵਰੀ, ਮਹਾਨਦੀ, ਕ੍ਰਿਸ਼ਨਾ, ਕਾਵੇਰੀ, ਇਹਨਾਂ ਦੇ ਨੇੜੇ ਪਾਏ ਜਾਂਦੇ ਨੇ। ਇਹ ਪੌਦੇ ਕੀ ਹੈ, ਅੰਡਾਮਾਨ ਨਿਕੋਬਾਰ ਦੇ ਵਿੱਚ ਮਿਲਦੇ ਨੇ। ਇਹ ਜਿਹੜੇ ਰਾਈਜੋਫਰਾ, ਹੈਰੀਟੀਰਾ, ਅਗਾਸੀਨੀਆ, ਜਾਈਗਲੋਕਾਪਸ ਮੈਂਗਰੋਵਸ ਇਹਦੀਆਂ ਮੁੱਖ ਪ੍ਰਜਾਤੀਆਂ ਨੇ। ਜੀਨਸ ਦੇ ਵਿੱਚ ਡਿਫਰੈਂਸੀਏਸ਼ਨ ਹੋ ਸਕਦਾ, ਠੀਕ ਹੈ। ਅਤੇ ਇਹਦੀ ਜਿਹੜੀ ਹਰੇਕ ਸਾਲ ਹੈ ਜਿਹੜੀ ਫੇਸ ਇਨਵਾਇਰਮੈਂਟ ਦੇ ਵਿੱਚ, ਤਾਂ ਇਹਦੀ ਕੀ ਹੈ, ਹਰੇਕ ਚੀਜ਼ ਦੀ ਜਿਹੜੀ ਇੰਪੋਰਟੈਂਸ ਹੈ ਉਹ ਹਰ ਇੱਕ ਚੀਜ਼ ਇੱਕ ਸਫੀਸ਼ੀਐਂਟ ਅਮਾਊਂਟ ਦੇ ਵਿੱਚ ਪ੍ਰੋਡਿਊਸ ਹੋਣੀ ਚਾਹੀਦੀ ਹੈ। ਤਾਂ ਇਹ ਪੂਰੇ ਚੈਪਟਰ ਦੇ ਵਿੱਚ ਕੀ ਹੈ ਵੀ ਆਪਾਂ ਬਾਇਓਡਾਇਵਰਸਿਟੀ ਨੂੰ ਮੇਨਟੇਨ ਕਰਕੇ ਰੱਖਣਾ। ਜਿਹੜੀ ਚੀਜ਼ਾਂ ਆਪਾਂ ਨੂੰ ਲੱਗਦਾ ਖਤਮ ਹੋ ਰਹੀਆਂ ਉਹਨਾਂ ਨੂੰ ਰਿਪਲੇਸ ਕਰੋ, ਰੀਯੂਜ਼ ਕਰੋ, ਉਹਨਾਂ ਦੀ ਜਿਹੜੀ ਯੂਜ਼ਸ ਹੈ ਉਹ ਘਟਾ ਲਓ, ਉਹਨੂੰ ਨਵੀਆਂ ਚੀਜ਼ਾਂ ਨਾਲ ਰਿਪਲੇਸ ਕਰ ਲਓ, ਠੀਕ ਹੈ ਨਾ ਜੀ। ਇਹਦੇ ਨਾਲ ਆਪਣਾ ਬਾਇਓਡਾਇਵਰਸਿਟੀ ਪਾਰਟ 1 ਕੰਪਲੀਟ ਹੋ ਗਿਆ। ਮੈਂ ਤੁਹਾਨੂੰ ਇਹ ਜ਼ੂਮ 'ਤੇ ਵੀ ਕਰਵਾਉਂਗੀ ਕਲਾਸ ਦੇ ਵਿੱਚ, ਬਟ ਕਈ ਬੱਚੇ ਜਦੋਂ ਜ਼ੂਮ 'ਤੇ ਨਹੀਂ ਕਰ ਸਕਦੇ ਤਾਂ ਉਹ ਇਹ ਵੀਡੀਓ ਕਦੋਂ ਵੀ ਸੁਣ ਸਕਦੇ ਆ। ਥੈਂਕ ਯੂ ਰਜੇ।